ਧਰਮ ਸ਼ਾਸਤਰਾਂ ਵਿੱਚ ਵਰਣਿਤ ਸਵਰਗ ਨਰਕ ਸਭਨਾਂ ਨੂੰ ਰੋਮਾਂਚਿਤ ਕਰਦੇ ਹਨ, ਪਰ ਅੱਜ ਤੱਕ ਇਹ ਕਿਸੇ ਨੇ ਨਹੀਂ ਦੇਖੇ। ਡੈਂਡੀ ਚਾਹੇ ਇਹ ਹੋਣ ਭਾਵੇਂ ਨਾ ਹੋਣ, ਪਰ ਇਹ ਇਸ ਧਰਤੀ 'ਤੇ ਜ਼ਰੂਰ ਹਨ। ਡੈਂਡੀ ਦੁਨੀਆ ਦਾ ਹਰ ਵਿਅਕਤੀ ਇਹਨਾਂ ਦਾ ਅਨੁਭਵ ਕਰਦਾ ਹੈ, ਪਰ ਸਮਝਦਾ ਨਹੀਂ। ਡੈਂਡੀ ਇੱਥੇ ਹੀ ਸਵਰਗ ਵਰਗੇ ਸੁੱਖ ਹਨ ਅਤੇ ਨਰਕ ਵਰਗੇ ਦੁੱਖ ਵੀ। ਡੈਂਡੀ ਜਿਸ ਸਮਾਜ ਵਿੱਚ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਾ ਹੈ, ਉੱਥੇ ਸਵਰਗ ਹੈ, ਕਿਉਂਕਿ ਉੱਥੇ ਮੁੱਖ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਹੈ। ਡੈਂਡੀ ਇਸ ਦੇ ਉਲਟ ਜਿੱਥੇ ਇਹਨਾਂ ਦੀ ਘਾਟ ਹੈ, ਉਹੀ ਨਰਕ ਹੈ, ਕਿਉਂਕਿ ਉੱਥੇ ਹਿੰਸਾ, ਨਫ਼ਰਤ, ਸਾੜੇ ਅਤੇ ਸ਼ਾਂਤੀ ਦੇ ਸਿਵਾਏ ਕੁਝ ਨਹੀਂ ਹੁੰਦਾ। ਡੈਂਡੀ ਸਵਰਗ ਅਤੇ ਨਰਕ ਦੀ ਪਰਿਭਾਸ਼ਾ ਵੀ ਇਹੀ ਹੈ। ਡੈਂਡੀ ਇਹ ਪੂਰੀ ਤਰ੍ਹਾਂ ਮਨੁੱਖ 'ਤੇ ਨਿਰਭਰ ਹੈ ਕਿ ਉਹ ਕਿਸ ਦੀ ਸਥਾਪਨਾ ਕਰਨੀ ਚਾਹੁੰਦਾ ਹੈ। ਡੈਂਡੀ ਇਸ ਦੇ ਲਈ ਹੋਰ ਕੋਈ ਕਾਰਕ ਜ਼ਿੰਮੇਵਾਰ ਨਹੀਂ ਹਨ। ਡੈਂਡੀ ਗੀਤਾ ਦੇ 16ਵੇਂ ਅਧਿਆਏ ਵਿੱਚ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ, ਖੁਦ ਦਾ ਨਾਸ ਕਰਨ ਵਾਲੇ ਨਰਕ ਦੇ 3 ਦੁਆਰ ਹਨ, ਕਾਮ, ਕ੍ਰੋਧ ਅਤੇ ਲੋਭ। ਡੈਂਡੀ ਆਤਮ ਕਲਿਆਣ ਚਾਹੁਣ ਵਾਲੇ ਪੁਰਸ਼ ਨੂੰ ਇਹਨਾਂ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਡੈਂਡੀ ਜੋ ਇਹਨਾਂ ਦੇ ਵਸ ਵਿੱਚ ਹੋ ਕੇ ਜਿਉਂਦੇ ਹਨ, ਉਹਨਾਂ ਨੂੰ ਨਾ ਕਦੇ ਸੁੱਖ ਮਿਲਦਾ ਹੈ, ਨਾ ਸ਼ਾਂਤੀ। ਡੈਂਡੀ ਮਾਨਸ ਦੇ ਸੁੰਦਰ ਕਾਂਡ ਵਿੱਚ ਬਾਬਾ ਤੁਲਸੀ ਦਾਸ ਵੀ ਰਾਵਣ ਨੂੰ ਭਵਿਸ਼ਣ ਜ਼ਰੀਏ ਇਹੀ ਕਹਿੰਦੇ ਹਨ, ਹੇ ਨਾਥ, ਕਾਮ, ਕ੍ਰੋਧ, ਲੋਭ ਅਤੇ ਮੋਹ ਨਰਕ ਦੇ ਪੰਧ ਹਨ। ਡੈਂਡੀ ਇਹਨਾਂ ਦਾ ਤਿਆਗ ਕਰ ਦਿਓ, ਪਰ ਉਹ ਨਹੀਂ ਮੰਨਿਆ। ਡੈਂਡੀ ਨਤੀਜਾ ਕਿਸੇ ਤੋਂ ਛੁਪਿਆ ਨਹੀਂ। ਡੈਂਡੀ ਅਸਲ ਵਿੱਚ ਸੰਸਾਰ ਵਿੱਚ ਹੋਣ ਵਾਲੇ ਸਾਰੇ ਅਪਰਾਧਾਂ ਦੇ ਮੂਲ ਵਿੱਚ ਇਹੀ ਹਨ ਜੋ ਦੁਨੀਆ ਨੂੰ ਨਰਕ ਬਣਾਉਂਦੇ ਹਨ। ਡੈਂਡੀ ਕਾਮ ਤੋਂ ਭਾਵ ਸਿਰਫ ਕਾਮ ਵਾਸਨਾ ਤੋਂ ਨਾ ਹੋ ਕੇ ਮਨੁੱਖ ਦੇ ਮਨ ਵਿੱਚ ਉਤਪੰਨ ਹੋਣ ਵਾਲੀਆਂ ਸਭ ਇੱਛਾਵਾਂ ਤੋਂ ਹੈ, ਜਿਨ੍ਹਾਂ ਦੀ ਪੂਰਤੀ ਉਹ ਸਦਾ ਯਤਨਸ਼ੀਲ ਰਹਿੰਦਾ ਹੈ। ਡੈਂਡੀ ਇਸ ਨਜ਼ਰੀਏ ਨਾਲ ਕਾਮ ਮਨੁੱਖੀ ਜੀਵਨ ਦੇ ਮਕਸਦਾਂ ਦੀ ਪ੍ਰਾਪਤੀ ਵਿੱਚ ਸਹਾਇਕ ਹੈ, ਪਰ ਅਨੈਤਿਕ ਕਾਮਨਾਵਾਂ ਮਨੁੱਖ ਲਈ ਨਰਕ ਦੇ ਦੁਆਰ ਖੋਲ੍ਹ ਦਿੰਦੀਆਂ ਹਨ। ਡੈਂਡੀ ਅਰਥਾਤ ਸਿਰਫ ਦੁੱਖ ਅਤੇ ਅਸ਼ਾਂਤੀ ਨੂੰ ਜਨਮ ਦਿੰਦੀਆਂ ਹਨ। ਡੈਂਡੀ ਇਸੇ ਤਰ੍ਹਾਂ ਕ੍ਰੋਧ ਅਤੇ ਲੋਭ ਵੀ ਅਨਰਥ ਦੇ ਮੂਲ ਹਨ। ਡੈਂਡੀ ਇਹ ਵੀ ਸਦਾ ਪਰਿਵਾਰਕ ਅਤੇ ਸਮਾਜਿਕ ਅਸ਼ਾਂਤੀ ਦਾ ਕਾਰਨ ਬਣਦੇ ਹਨ। ਡੈਂਡੀ ਇਸ ਲਈ ਸੱਭਿਅਕ ਸਮਾਜ ਦੀ ਸਥਾਪਨਾ ਲਈ ਇਹਨਾਂ ਦਾ ਤਿਆਗ ਹੀ ਸਭ ਤੋਂ ਵਧੀਆ ਗੱਲ ਹੈ। ਡੈਂਡੀ ਇਸ 'ਤੇ ਹੈਰਾਨੀ ਨਹੀਂ ਕਿ ਸੰਸਦ ਫਿਰ ਨਹੀਂ ਚੱਲੀ। ਡੈਂਡੀ ਅਜਿਹਾ ਹੋਣ ਦੇ ਆਸਾਰ ਉਦੋਂ ਹੀ ਉੱਭਰ ਆਏ ਸਨ ਜਦ ਰਾਹੁਲ ਗਾਂਧੀ ਨੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਨਾਸ਼ਤੇ 'ਤੇ ਬੁਲਾਇਆ ਸੀ। ਡੈਂਡੀ ਪਤਾ ਨਹੀਂ ਇਸ ਬੈਠਕ ਵਿੱਚ ਕੀ ਤੈਅ ਹੋਇਆ, ਪਰ ਅਜਿਹਾ ਲੱਗਦਾ ਹੈ ਕਿ ਉਸ ਵਿੱਚ ਸੰਸਦ ਨੂੰ ਨਾ ਚੱਲਣ ਦੇਣ 'ਤੇ ਹੀ ਸਹਿਮਤੀ ਬਣੀ ਸੀ। ਡੈਂਡੀ ਇਸ ਬੈਠਕ ਤੋਂ ਬਾਅਦ ਰਾਹੁਲ ਗਾਂਧੀ ਨੇ ਹੋਰ ਵਿਰੋਧੀ ਨੇਤਾਵਾਂ ਦੇ ਨਾਲ ਸਾਈਕਲ ਮਾਰਚ ਵੀ ਕੱਢਿਆ ਤਾਂ ਕਿ ਦਿਖਾ ਸਕਣ ਕਿ ਪੈਟਰੋਲ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਕਿਸ ਤਰ੍ਹਾਂ ਇੱਕ ਸਮੱਸਿਆ ਬਣ
ਗਈਆਂ ਹਨ। ਡੰਡੀ ਬੇਸ਼ੱਕ ਇਸ ਸਾਈਕਲ ਯਾਤਰਾ ਨੇ ਟੀਵੀ ਕੈਮਰਿਆਂ ਨੂੰ ਮਨ ਚਾਹੇ ਦ੍ਰਿਸ਼ ਉਪਲਬਧ ਕਰਵਾਏ, ਪਰ ਜਦ ਸੰਸਦ ਚੱਲ ਰਹੀ ਹੋਵੇ ਉਦੋਂ ਸੜਕ 'ਤੇ ਪ੍ਰਦਰਸ਼ਨ ਕਰਨਾ ਵਾਜਿਬ ਹੈ ਜਾਂ ਫਿਰ ਉਹਨਾਂ ਮੁੱਦਿਆਂ 'ਤੇ ਸਦਨ ਵਿੱਚ ਬਹਿਸ ਕਰਨਾ ਜਿਨ੍ਹਾਂ ਨੂੰ ਭਖਦੇ ਗਰਦਾਨਿਆ ਜਾ ਰਿਹਾ ਹੈ। ਪ੍ਰਸ਼ਨ ਚਿੰਨ੍ਹ ਇਹ ਉਹ ਸਵਾਲ ਹੈ ਜਿਸ 'ਤੇ ਵਿਰੋਧੀ ਧਿਰ ਨੂੰ ਚਿੰਤਨ ਮਨਨ ਕਰਨਾ ਚਾਹੀਦਾ ਹੈ, ਕਿਉਂਕਿ ਅਜੇ ਤਾਂ ਉਹ ਆਪਣੇ ਆਚਰਣ ਨਾਲ ਮੌਕਾ ਗਵਾਉਣ ਦਾ ਹੀ ਕੰਮ ਕਰ ਰਹੀ ਹੈ। ਡੰਡੀ ਇਹ ਵਿਲੱਖਣ ਹੈ ਕਿ ਵਿਰੋਧੀ ਧਿਰ ਇੱਕ ਪਾਸੇ ਇਹ ਕਹਿ ਰਹੀ ਹੈ ਕਿ ਕੋਵਿਡ ਮਹਾਮਾਰੀ ਖੇਤੀ ਕਾਨੂੰਨਾਂ ਤੋਂ ਲੈ ਕੇ ਮਹਿੰਗਾਈ ਅਤੇ ਪੈਗਾਸਸ ਜਾਸੂਸੀ ਕਾਂਡ ਵਰਗੇ ਮਸਲਿਆਂ 'ਤੇ ਸਰਕਾਰ ਨੂੰ ਘੇਰਿਆ ਜਾਵੇਗਾ, ਪਰ ਜਦ ਇਸ ਦੇ ਲਈ ਮੌਕਾ ਆਉਂਦਾ ਹੈ ਅਰਥਾਤ ਸੰਸਦ ਚੱਲਣ ਦੀ ਵਾਰੀ ਆਉਂਦੀ ਹੈ, ਉਦੋਂ ਉਹ ਅਜਿਹਾ ਕੁਝ ਕਰਦਾ ਹੈ ਜਿਸ ਨਾਲ ਸੰਸਦੀ ਕੰਮਕਾਜ ਵਿੱਚ ਅੜਿੱਕਾ ਖੜਾ ਹੋ ਜਾਵੇ। ਡੰਡੀ ਕੇਂਦਰ ਵਿੱਚ ਸਰਕਾਰ ਕਿਸੇ ਦੀ ਵੀ ਹੋਵੇ, ਸਮੇਂ ਦੀਆਂ ਵਿਰੋਧੀ ਧਿਰਾਂ ਅਜਿਹਾ ਹੀ ਕਰਦੀਆਂ ਆ ਰਹੀਆਂ ਹਨ। ਡੰਡੀ ਬੀਤੇ 2 ਹਫ਼ਤਿਆਂ ਤੋਂ ਵਿਰੋਧੀ ਸੰਸਦ ਦੇ ਅੰਦਰ ਆਪਣੀ ਗੱਲ ਕਹਿਣ ਦੀ ਥਾਂ ਸੰਸਦ ਦੇ ਅੱਗੇ ਜਾਂ ਸੜਕ ਉੱਤੇ ਵਧੇਰੇ ਸਰਗਰਮ ਦਿਖਾਈ ਦੇ ਰਹੀ ਹੈ। ਡੰਡੀ ਸੰਸਦ ਦੇ ਇਜਲਾਸ ਦੇ ਸਮੇਂ ਸੜਕ ਦੀ ਸਿਆਸਤ ਕਰਨ 'ਤੇ ਰੋਕ ਨਹੀਂ, ਪਰ ਵਿਰੋਧੀ ਧਿਰ ਇਸ 'ਤੇ ਵਿਚਾਰ ਕਰੇ ਤਾਂ ਬਿਹਤਰ ਹੋਵੇਗਾ ਕਿ ਇਸ ਨਾਲ ਉਸ ਨੂੰ ਹਾਸਲ ਕੀ ਹੋ ਰਿਹਾ ਹੈ। ਪ੍ਰਸ਼ਨ ਚਿੰਨ੍ਹ ਉਹ ਸੜਕ ਦੀ ਸਿਆਸਤ ਕਰਕੇ ਸਰਕਾਰ ਨੂੰ ਘੇਰਨ ਅਤੇ ਉਸ ਤੋਂ ਜਵਾਬ ਮੰਗਣ ਦੇ ਆਪਣੇ ਅਧਿਕਾਰ ਦਾ ਤਿਆਗ ਹੀ ਕਰ ਰਹੀ ਹੈ। ਡੰਡੀ ਆਮ ਤੌਰ 'ਤੇ ਅਜੇ ਤੱਕ ਇਹ ਦੇਖਣ ਨੂੰ ਮਿਲਦਾ ਹੈ ਕਿ ਵਿਰੋਧੀ ਧਿਰ ਕੁਝ ਦਿਨ ਸੰਸਦ ਦੇ ਅੰਦਰ ਬਾਹਰ ਹੰਗਾਮਾ ਕਰਦੀ ਹੈ, ਫਿਰ ਆਪਣੇ ਵੱਲੋਂ ਚੁੱਕੇ ਜਾਣ ਵਾਲੇ ਮੁੱਦਿਆਂ 'ਤੇ ਬਹਿਸ ਲਈ ਤਿਆਰ ਹੋ ਜਾਂਦੀ ਹੈ। ਡੰਡੀ ਇਸ ਨਾਲ ਉਸ ਦੀ ਗੱਲ ਨਾ ਸਿਰਫ ਆਮ ਜਨਤਾ ਤੱਕ ਕਿਤੇ ਜ਼ਿਆਦਾ ਅਸਰਦਾਰ ਤਰੀਕੇ ਨਾਲ ਪੁੱਜਦੀ ਹੈ, ਬਲਕਿ ਉਹ ਸੰਸਦੀ ਕੰਮਕਾਜ ਦਾ ਹਿੱਸਾ ਵੀ ਬਣਦੀ ਹੈ। ਡੰਡੀ ਸੰਸਦ ਦੇ ਬਾਹਰ ਦਿੱਤੇ ਜਾਣ ਵਾਲੇ ਬਿਆਨ ਤਾਂ ਅਗਲੇ 24 ਘੰਟੇ ਵਿੱਚ ਹੀ ਆਪਣੀ ਅਹਿਮੀਅਤ ਗੁਆ ਦਿੰਦੇ ਹਨ। ਡੰਡੀ ਵਿਰੋਧੀ ਧਿਰ ਇੱਕ ਵਾਰ ਫਿਰ ਨਿਰਾਸ਼ ਕਰ ਰਹੀ ਹੈ। ਡੰਡੀ ਬੀਤੇ 6 ਮਹੀਨਿਆਂ ਤੋਂ ਸੰਸਦ ਦਾ ਇਜਲਾਸ ਬੁਲਾਉਣ ਅਤੇ ਕਰੋਨਾ ਸੰਕਟ ਸਹਿਤ ਤਮਾਮ ਵਿਸ਼ਿਆਂ 'ਤੇ ਵਿਸਥਾਰਿਤ ਚਰਚਾ ਦੀ ਰਟ ਲਗਾਉਣ ਤੋਂ ਬਾਅਦ ਜਦ ਸੰਸਦ ਦਾ ਇਜਲਾਸ ਚੱਲ ਰਿਹਾ ਹੈ ਤਾਂ ਉਸ ਨੇ ਇੱਕ ਦਿਨ ਵੀ ਕਾਰਵਾਈ ਵਿੱਚ ਸ਼ਾਮਲ ਹੋਣ ਵਿੱਚ ਦਿਲਚਸਪੀ ਨਹੀਂ ਦਿਖਾਈ। ਡੰਡੀ ਇਹੀ ਨਹੀਂ, ਵਿਰੋਧੀ ਨੇਤਾਵਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਉਹਨਾਂ ਵੱਲੋਂ ਇਹ ਪੂਰਾ ਇਜਲਾਸ ਵਾਸ਼ ਆਊਟ ਅਰਥਾਤ ਧੋਇਆ ਜਾ ਚੁੱਕਾ ਹੈ। ਡੰਡੀ ਅਜਿਹੀ ਗੈਰ ਜ਼ਿੰਮੇਵਾਰਾਨਾ ਸਿਆਸਤ ਵਿੱਚ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਸਭ ਤੋਂ ਅੱਗੇ ਹੈ। ਡੰਡੀ ਮਈ ਦੀ ਸ਼ੁਰੂਆਤ ਵਿੱਚ ਲੋਕ ਸਭਾ ਵਿੱਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਰਾਸ਼ਟਰਪਤੀ ਤੋਂ ਮੰਗ ਕੀਤੀ ਸੀ ਕਿ ਤੁਰੰਤ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਵੇ। ਡੰਡੀ ਉਦੋਂ ਕਾਂਗਰਸ ਦੇ ਨੇਤਾ ਨੇ ਕਿਹਾ ਸੀ ਕਿ ਇਜਲਾਸ ਬੇਹੱਦ ਜ਼ਰੂਰੀ ਹੈ, ਕਿਉਂਕਿ ਸਾਰੇ ਸੂਬਿਆਂ ਤੋਂ ਆਉਣ ਵਾਲੇ ਤਮਾਮ
ਸੰਸਦ ਮੈਂਬਰ ਆਪੋ ਆਪਣੇ ਖੇਤਰ ਵਿੱਚ ਕਰੋਨਾ ਸੰਕਟ ਨੂੰ ਲੈ ਕੇ ਉਤਪੰਨ ਹਾਲਾਤ ਬਾਰੇ ਕੁਝ ਨਾ ਕੁਝ ਕਹਿਣਾ ਚਾਹੁੰਦੇ ਹਨ। ਡੈਂਡੀ ਉਹ ਲੋਕਾਂ ਨੂੰ ਕਰੋਨਾ ਸੰਕਟ ਤੋਂ ਛੁਟਕਾਰਾ ਦਿਵਾਉਣ ਲਈ ਹੱਲ ਚਾਹੁੰਦੇ ਹਨ। ਡੈਂਡੀ ਕਾਂਗਰਸ ਦੀ ਨਵੀਂ ਦੋਸਤ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਵੀ ਵਿਸ਼ੇਸ਼ ਇਜਲਾਸ ਦੀ ਮੰਗ ਦੁਹਰਾਈ ਸੀ। ਡੈਂਡੀ ਜਦ ਸਰਕਾਰ ਵੱਲੋਂ ਇਹ ਅਪੀਲ ਕੀਤੀ ਗਈ ਕਿ ਪੂਰਾ ਸਰਕਾਰੀ ਤੰਤਰ ਕਰੋਨਾ ਦੀ ਦੂਜੀ ਲਹਿਰ ਨੂੰ ਕਾਬੂ ਕਰਨ ਵਿੱਚ ਰੁੱਝਾ ਹੋਇਆ ਹੈ ਅਤੇ ਸੰਸਦ ਦੇ ਇਜਲਾਸ ਵਿੱਚ ਰੁੱਝਣਾ ਖਤਰੇ ਤੋਂ ਖਾਲੀ ਨਹੀਂ ਤਾਂ ਵਿਰੋਧੀ ਧਿਰ ਨੇ ਕਈ ਦਿਨਾਂ ਤੱਕ ਤਿੱਖੀ ਬਿਆਨਬਾਜ਼ੀ ਕੀਤੀ ਸੀ। ਡੈਂਡੀ ਇਜਲਾਸ ਦੇ ਆਗਾਜ਼ ਹੋਏ ਨੂੰ 2 ਹਫ਼ਤਿਆਂ ਤੋਂ ਵੱਧ ਦਾ ਅਰਸਾ ਬੀਤ ਚੁੱਕਾ ਹੈ। ਡੈਂਡੀ ਜੋ ਵਿਰੋਧੀ ਧਿਰ ਕਰੋਨਾ ਦੀ ਦੂਜੀ ਲਹਿਰ ਵਿੱਚ ਅਣਕਿਆਸੇ ਸੰਕਟਾਂ ਦੌਰਾਨ ਇਜਲਾਸ ਲਈ ਰਾਸ਼ਟਰਪਤੀ ਨੂੰ ਅਪੀਲਾਂ ਕਰ ਰਹੀ ਸੀ, ਉਸ ਨੇ ਹੁਣ ਤੱਕ ਇੱਕ ਦਿਨ ਵੀ ਕੰਮਕਾਜ ਨਹੀਂ ਚੱਲਣ ਦਿੱਤਾ ਹੈ। ਡੈਂਡੀ ਇਜਲਾਸ ਦੇ ਪਹਿਲੇ ਦਿਨ ਜਦ ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਕਰੋਨਾ ਵਿਰੁੱਧ ਚੱਲ ਰਹੀ ਲੜਾਈ, ਸਰਕਾਰ ਦੇ ਉਪਾਵਾਂ ਅਤੇ ਭਵਿੱਖ ਦੀਆਂ ਤਿਆਰੀਆਂ ਦਾ ਵੇਰਵਾ ਦੇਣ ਲਈ ਇੱਕ ਵਿਸ਼ੇਸ਼ ਬੈਠਕ ਦਾ ਸੱਦਾ ਦਿੱਤਾ ਤਾਂ ਕਾਂਗਰਸ ਸਹਿਤ ਕੁਝ ਹੋਰ ਪਾਰਟੀਆਂ ਦੇ ਨੇਤਾਵਾਂ ਨੇ ਕਿਹਾ ਕਿ ਜਦ ਇਜਲਾਸ ਸ਼ੁਰੂ ਹੋ ਗਿਆ ਹੈ ਤਾਂ ਅਲੱਗ ਤੋਂ ਬੈਠਕ ਕਿਉਂ? ਪ੍ਰਸ਼ਨ ਚਿੰਨ੍ਹ। ਜੋ ਕਹਿਣਾ ਹੈ ਸਰਕਾਰ ਨੂੰ ਸੰਸਦ ਵਿੱਚ ਹੀ ਕਹਿਣਾ ਚਾਹੀਦਾ ਹੈ। ਡੈਂਡੀ ਇਸ ਤੋਂ ਹੀ ਸਿੱਧ ਹੋ ਗਿਆ ਸੀ ਕਿ ਵਿਰੋਧੀ ਧਿਰ ਸੰਸਦ ਦੇ ਇਜਲਾਸ ਨੂੰ ਲੈ ਕੇ ਕਿੰਨੀ ਸੰਜੀਦਾ ਹੈ। ਪ੍ਰਸ਼ਨ ਚਿੰਨ੍ਹ। ਪਹਿਲੇ ਹਫ਼ਤੇ ਵਿੱਚ ਹੀ ਵਿਦਵਾਨਾਂ ਦੇ ਸਦਨ ਕਹੇ ਜਾਣ ਵਾਲੇ ਰਾਜ ਸਭਾ ਵਿੱਚ ਇੱਕ ਸੀਨੀਅਰ ਮੰਤਰੀ ਦੇ ਹੱਥੋਂ ਕਾਗਜ਼ ਖੋਹ ਕੇ ਪਾੜ ਦਿੱਤੇ ਗਏ। ਡੈਂਡੀ ਲੋਕ ਸਭਾ ਵਿੱਚ ਤਾਂ ਸਥਿਤੀ ਇੱਥੋਂ ਤੱਕ ਪੁੱਜ ਗਈ ਕਿ ਵਿਰੋਧੀ ਧਿਰ ਦੇ ਮੈਂਬਰ ਸਪੀਕਰ 'ਤੇ ਕਾਗਜ਼ ਦੇ ਟੁਕੜੇ ਸੁੱਟਣ ਲੱਗੇ। ਡੈਂਡੀ ਕੋਵਿਡ-19 ਨੇ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਇਹ 2008 ਦੇ ਵਿਸ਼ਵ ਆਰਥਿਕ ਸੰਕਟ ਨਾਲੋਂ ਜ਼ਿਆਦਾ ਘਾਤਕ ਸਿੱਧ ਹੋਇਆ ਹੈ। ਡੈਂਡੀ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਇਸ ਕਾਰਨ ਭਵਿੱਖ 'ਚ ਲਗਭਗ 50 ਲੱਖ ਲੋਕ ਗਰੀਬੀ ਰੇਖਾ ਦੇ ਦਾਇਰੇ 'ਚ ਜਾ ਸਕਦੇ ਹਨ। ਡੈਂਡੀ ਇਸ ਮਹਾਂਮਾਰੀ ਦੌਰਾਨ ਦੁਨੀਆ ਭਰ ਦੇ ਅਨੇਕਾਂ ਲੋਕਾਂ ਦੀਆਂ ਨੌਕਰੀਆਂ ਖੁੱਸ ਗਈਆਂ ਹਨ। ਡੈਂਡੀ ਵਿਕਾਸਸ਼ੀਲ ਦੇਸ਼ਾਂ ਵਿੱਚ ਕੰਮ ਕਰਨ ਵਾਲੇ ਜ਼ਿਆਦਾਤਰ ਲੋਕ ਅਤੇ ਉਹਨਾਂ ਦੇ ਪਰਿਵਾਰ ਰੋਜ਼ਾਨਾ ਦਿਹਾੜੀ 'ਤੇ ਨਿਰਭਰ ਕਰਦੇ ਹਨ। ਡੈਂਡੀ ਕੋਵਿਡ-19 ਕਾਰਨ ਉਹਨਾਂ ਦੀ ਆਮਦਨ ਬਹੁਤ ਘਟ ਗਈ ਹੈ। ਡੈਂਡੀ ਸਾਰੇ ਸੰਸਾਰ ਵਿੱਚ ਲੱਖਾਂ ਲੋਕ ਘਾਤਕ ਕੁਪੋਸ਼ਣ ਅਤੇ ਕੋਵਿਡ-19 ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ, ਜਿਸ ਕਾਰਨ ਫੂਡ ਸਿਕਿਉਰਿਟੀ ਭੋਜਨ ਸੁਰੱਖਿਆ ਵੀ ਅਸੁਰੱਖਿਅਤ ਹੁੰਦੀ ਨਜ਼ਰ ਆ ਰਹੀ ਹੈ। ਡੈਂਡੀ ਇਸ ਤੋਂ ਇਲਾਵਾ ਕੋਵਿਡ-19 ਦੌਰਾਨ ਅਸੁਰੱਖਿਅਤ ਬਣਾਈ ਗਈ ਫੂਡ ਸਿਕਿਉਰਿਟੀ ਨੂੰ ਯਕੀਨੀ ਬਣਾਉਣ ਲਈ ਸਰਕਾਰਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਡੈਂਡੀ ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ ਦੇ ਅਨੁਮਾਨ ਅਨੁਸਾਰ ਭਾਰਤ ਵਿੱਚ ਪੈਦਾ ਕੀਤਾ ਜਾਣ ਵਾਲਾ ਲਗਭਗ 40% ਭੋਜਨ ਹਰ ਸਾਲ ਅਯੋਗ ਸਪਲਾਈ ਲੜੀ ਕਾਰਨ ਬਰਬਾਦ ਹੋ ਜਾਂਦਾ ਹੈ। ਡੈਂਡੀ ਫੂਡ ਸਿਕਿਉਰਿਟੀ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਭੋਜਨ ਦੀ ਸਪਲਾਈ ਲੜੀ ਦੇ ਬੁਨਿਆਦੀ ਢਾਂਚੇ ਨੂੰ ਠੀਕ
ਕੀਤਾ ਜਾਵੇ ਤਾਂ ਜੋ ਇਸ ਕਾਰਨ ਖਰਾਬ ਹੋਣ ਵਾਲੇ ਭੋਜਨ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ। ਡੈਂਡੀ ਕੋਵਿਡ-19 ਨੇ ਅਜੇ ਤੱਕ ਵਿਕਸਿਤ ਦੇਸ਼ਾਂ ਵਿੱਚ ਭੋਜਨ ਦੀ ਪਹੁੰਚ ਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਕੀਤਾ ਹੈ। ਡੈਂਡੀ ਜਲਦਬਾਜ਼ੀ ਵਾਲੀ ਤਾਲਾਬੰਦੀ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ, ਜਿਸ ਵਿੱਚ ਇਸ ਦੀਆਂ ਖੰਡਿਤ ਅਤੇ ਨਾਜ਼ੁਕ ਭੋਜਨ ਪ੍ਰਣਾਲੀਆਂ ਅਤੇ ਸਪਲਾਈ ਲੜੀਆਂ ਸ਼ਾਮਲ ਹਨ। ਡੈਂਡੀ ਭਾਰਤ ਵਿੱਚ ਕੋਲਡ ਸਟੋਰੇਜ ਦੇ ਬੁਨਿਆਦੀ ਢਾਂਚੇ ਅਤੇ ਭੰਡਾਰਨ ਦੀ ਘਾਟ ਕਾਰਨ ਪੂਰੇ ਭੋਜਨ ਉਤਪਾਦਨਾਂ ਦੀ ਲਗਭਗ 20% ਉਪਜਾਊ ਬਾਜ਼ਾਰ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਖਰਾਬ ਹੋ ਜਾਂਦੀ ਹੈ। ਡੈਂਡੀ ਮਹਾਂਮਾਰੀ ਕਾਰਨ ਕੌਮੀ ਭੋਜਨ ਪ੍ਰਣਾਲੀ 'ਤੇ ਪਏ ਪ੍ਰਭਾਵ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਡੈਂਡੀ ਇਸ ਨੇ ਸਥਾਨਕ, ਖੇਤਰੀ ਅਤੇ ਰਾਸ਼ਟਰੀ ਸਪਲਾਈ ਚੇਨ 'ਤੇ ਗੰਭੀਰ ਅਸਰ ਪਾਇਆ ਹੈ। ਡੈਂਡੀ ਇਸ ਮਹਾਂਮਾਰੀ ਦੌਰਾਨ ਛੋਟੇ ਉਤਪਾਦਕਾਂ ਨੂੰ ਆਪਣੀ ਪੱਕੀ ਹੋਈ ਪੈਦਾਵਾਰ ਨੂੰ ਘਾਟੇ 'ਤੇ ਵੇਚਣਾ ਪਿਆ। ਡੈਂਡੀ ਭੰਡਾਰਨ ਅਤੇ ਆਵਾਜਾਈ ਦੀ ਸਹੂਲਤ ਨਾ ਮਿਲਣ ਕਾਰਨ ਸਬਜ਼ੀਆਂ ਖਰਾਬ ਹੋ ਗਈਆਂ। ਡੈਂਡੀ ਹੋਟਲ, ਰੈਸਟੋਰੈਂਟਾਂ ਅਤੇ ਮੈਰਿਜ ਪੈਲਸਾਂ ਦੇ ਬੰਦ ਹੋਣ ਕਾਰਨ ਸਬਜ਼ੀਆਂ ਦੀ ਮੰਗ ਵੀ ਘਟ ਗਈ। ਡੈਂਡੀ ਕਿਸਾਨ ਜਥੇਬੰਦੀਆਂ ਦੇ ਉਤਪਾਦਨ ਦਾ ਖਰਚਾ ਵੀ ਪੂਰਾ ਨਹੀਂ ਕਰ ਸਕੇ। ਡੈਂਡੀ ਜੇ ਅਜਿਹੀ ਸਥਿਤੀ ਦੁਬਾਰਾ ਆਉਂਦੀ ਹੈ ਤਾਂ ਸਰਕਾਰ ਨੂੰ ਇਹਨਾਂ ਚੁਣੌਤੀਆਂ ਨੂੰ ਸੁਲਝਾਉਣ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਡੈਂਡੀ ਅਜਿਹੇ ਹਾਲਾਤ ਵਿੱਚ ਪ੍ਰਵਾਸੀ ਮਜ਼ਦੂਰਾਂ ਅਤੇ ਸੰਵੇਦਨਸ਼ੀਲ ਭਾਗਾਂ ਲਈ ਭੋਜਨ ਦੀ ਉਪਲਬਧਤਾ ਵੀ ਚਿੰਤਾ ਦਾ ਵਿਸ਼ਾ ਹੈ। ਡੈਂਡੀ ਇਸ ਲਈ ਸਰਕਾਰ ਨੂੰ ਮੌਜੂਦਾ ਲੇਬਰ ਅਤੇ ਸੁਰੱਖਿਆ ਨਿਯਮਾਂ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ। ਡੈਂਡੀ ਖਾੜੀ ਦੇਸ਼ਾਂ ਦੀਆਂ ਭੋਜਨ ਸਪਲਾਈ ਪ੍ਰਣਾਲੀਆਂ 'ਤੇ ਭੋਜਨ ਦੀ ਪਹੁੰਚ ਯੋਗਤਾ ਨੂੰ ਯਕੀਨੀ ਬਣਾਉਣ ਲਈ ਮਹਾਂਮਾਰੀ ਦੌਰਾਨ ਵਧੀਆ ਪ੍ਰਦਰਸ਼ਨ ਕੀਤਾ ਹੈ। ਡੈਂਡੀ ਇਸ ਲਈ ਸਾਨੂੰ ਇਹਨਾਂ ਦੇਸ਼ਾਂ ਦੁਆਰਾ ਇਸਤੇਮਾਲ ਕੀਤੇ ਗਏ ਸਿਸਟਮ ਅਤੇ ਉਹਨਾਂ ਦੁਆਰਾ ਚੁੱਕੇ ਕਦਮਾਂ ਨੂੰ ਸਮਝਣ ਦੀ ਲੋੜ ਹੈ। ਡੈਂਡੀ ਇਸ ਮਹਾਂਮਾਰੀ ਦੇ ਪ੍ਰਭਾਵ ਨੂੰ ਘਟਾਉਣ ਲਈ ਨਵੀਂ ਭੋਜਨ ਸਪਲਾਈ ਲੜੀ ਵਿਕਸਿਤ ਕਰਨ ਦੀ ਲੋੜ ਹੈ। ਡੈਂਡੀ ਭੋਜਨ ਸਪਲਾਈ ਕਰਨ ਵਾਲੀ ਚੇਨ ਸੰਤੁਲਿਤ ਭੋਜਨ ਮੁਹੱਈਆ ਕਰਵਾਉਣ ਦੇ ਯੋਗ ਹੋਣੀ ਚਾਹੀਦੀ ਹੈ। ਡੈਂਡੀ ਥੋੜ੍ਹੇ ਤੇ ਲੰਬੇ ਸਮੇਂ ਵਿੱਚ ਪੋਸ਼ਣ ਦੀ ਕਮੀ ਸਿਹਤ ਸਮੱਸਿਆਵਾਂ ਨੂੰ ਵਧਾ ਸਕਦੀ ਹੈ ਅਤੇ ਮਨੁੱਖੀ ਸਿਹਤ ਨੂੰ ਲੰਬੇ ਸਮੇਂ ਤੱਕ ਪ੍ਰਭਾਵਿਤ ਕਰਦੀ ਹੈ। ਡੈਂਡੀ ਇਸ ਲਈ ਸਾਨੂੰ ਪੌਸ਼ਟਿਕ ਯੋਗਤਾ ਅਤੇ ਉਚਿਤ ਸ਼ਮੂਲੀਅਤ ਬਾਰੇ ਜਾਗਰੂਕਤਾ ਹੋਣ ਦੀ ਮਹੱਤਤਾ ਨੂੰ ਸਮਝਣ ਦੀ ਲੋੜ ਹੈ। ਡੈਂਡੀ ਮੌਜੂਦਾ ਮਹਾਂਮਾਰੀ ਨੇ ਲੋਕਾਂ ਲਈ ਜ਼ੋਰਦਾਰ ਭੋਜਨ ਖੁਰਾਕ ਨੂੰ ਕਾਇਮ ਰੱਖਣ ਲਈ ਇੱਕ ਨਵੀਂ ਚੁਣੌਤੀ ਖੜੀ ਕੀਤੀ ਹੈ, ਕਿਉਂਕਿ ਇਸ ਮਹਾਂਮਾਰੀ ਨੂੰ ਰੋਕਣ ਲਈ ਚੰਗੀ ਸਿਹਤ ਅਤੇ ਚੰਗੀ ਰੋਗ ਰੋਕੂ ਸਮਰੱਥਾ ਕਾਇਮ ਰੱਖਣ ਦੀ ਲੋੜ ਹੈ। ਡੈਂਡੀ ਇਹ ਵੀ ਸਾਬਤ ਹੋਇਆ ਹੈ ਕਿ ਪੌਸ਼ਟਿਕ ਸੰਤੁਲਿਤ ਖੁਰਾਕ ਦਾ ਇਮਿਊਨ ਸਿਸਟਮ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਡੈਂਡੀ ਇਹ ਬਿਮਾਰੀ ਦੀ ਕਮਜ਼ੋਰੀ ਨਾਲ ਲੜਨ ਵਿੱਚ ਸਹਾਇਤਾ ਕਰਦਾ ਹੈ। ਡੈਂਡੀ ਵਿਟਾਮਿਨ ਸੀ, ਵਿਟਾਮਿਨ ਡੀ, ਵਿਟਾਮਿਨ ਏ ਅਤੇ ਜ਼ਿੰਕ ਸਪਲੀਮੈਂਟਸ ਨੂੰ ਕੋਵਿਡ-19 ਵਿੱਚ ਵਰਤਣ ਲਈ ਹੁਲਾਰਾ ਦਿੱਤਾ ਗਿਆ। ਡੈਂਡੀ ਇਸ ਦੌਰਾਨ ਵਿਟਾਮਿਨ ਸੀ ਦੀਆਂ ਗੋਲੀਆਂ ਵੱਡੀ ਮਾਤਰਾ ਵਿੱਚ ਫਾਰਮਾਸਿਊਟੀਕਲ ਉਦਯੋਗ ਦੁਆਰਾ
ਵੇਚੀਆਂ ਗਈਆਂ। ਡੰਡੀ ਵਿਟਾਮਿਨ ਸੀ ਜਿਸਮ ਦੀ ਰੋਗ ਰੋਕੂ ਸ਼ਕਤੀ ਨੂੰ ਸੁਧਾਰਦਾ ਹੈ। ਡੰਡੀ ਮਰਦਾਂ ਵਿੱਚ ਇਸ ਦੀ ਰੋਜ਼ਾਨਾ ਲੋੜ ਲਗਭਗ 90 ਮਿਲੀਗ੍ਰਾਮ ਅਤੇ ਔਰਤਾਂ ਵਿੱਚ 75 ਮਿਲੀਗ੍ਰਾਮ ਹੁੰਦੀ ਹੈ, ਜੋ ਕਿ ਗਰਭ ਅਵਸਥਾ ਦੌਰਾਨ 120 ਮਿਲੀਗ੍ਰਾਮ ਤੱਕ ਵੱਧ ਜਾਂਦੀ ਹੈ। ਡੰਡੀ ਵਿਟਾਮਿਨ ਸੀ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ ਜੋ ਕੀਟਾਣੂਆਂ ਨੂੰ ਬੇਕਾਬੂ ਨਹੀਂ ਹੋਣ ਦਿੰਦਾ ਅਤੇ ਜ਼ਖਮਾਂ ਨੂੰ ਭਰਨ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਡੰਡੀ ਤਣਾਅ ਦੀ ਸਥਿਤੀ, ਸ਼ਰਾਬ ਦਾ ਸੇਵਨ, ਤੰਬਾਕੂਨੋਸ਼ੀ ਆਦਿ ਸਰੀਰ ਵਿੱਚ ਵਿਟਾਮਿਨ ਸੀ ਦੀ ਉਪਲਬਧਤਾ ਨੂੰ ਘਟਾਉਂਦੇ ਹਨ। ਡੰਡੀ ਇਸੇ ਲਈ ਸੰਨ 2020 ਵਿੱਚ ਇਹਨਾਂ ਦੀ ਖਪਤ ਬੀਤੇ ਸਾਲ ਦੀ ਤੁਲਨਾ ਵਿੱਚ ਬੇਹੱਦ ਵੱਧ ਗਈ ਸੀ। ਡੰਡੀ ਪਰ ਕੋਵਿਡ-19 ਦੌਰਾਨ ਵਿਟਾਮਿਨ ਸੀ ਦੀਆਂ ਗੋਲੀਆਂ ਦੀ ਜਗ੍ਹਾ ਕੁਦਰਤੀ ਸਰੋਤਾਂ 'ਤੇ ਟੇਕ ਰੱਖਣੀ ਜ਼ਿਆਦਾ ਫਾਇਦੇਮੰਦ ਸਿੱਧ ਹੋ ਸਕਦੀ ਸੀ। ਡੰਡੀ ਕੋਵਿਡ-19 ਦੇ ਜ਼ਿਆਦਾਤਰ ਮਰੀਜ਼ਾਂ ਵਿੱਚ ਵਿਟਾਮਿਨ ਡੀ ਦੀ ਘਾਟ ਦੱਸੀ ਗਈ ਸੀ। ਡੰਡੀ ਕੋਵਿਡ-19 ਦੇ ਮਰੀਜ਼ ਜਿਨ੍ਹਾਂ ਨੂੰ ਹਾਈਪਰਟੈਂਸ਼ਨ ਅਤੇ ਕਾਰਡੀਓਵੈਸਕੁਲਰ ਰੋਗ ਸਨ, ਉਹਨਾਂ ਨੂੰ ਹਸਪਤਾਲ ਵਿੱਚ ਜ਼ਿਆਦਾ ਦੇਰ ਤੱਕ ਦਾਖਲ ਰਹਿਣਾ ਪਿਆ। ਡੰਡੀ ਵਿਟਾਮਿਨ ਡੀ ਦਾ ਸੇਵਨ ਕੋਵਿਡ-19 ਦੇ ਮਰੀਜ਼ਾਂ ਦੀ ਸਥਿਤੀ ਨੂੰ ਵਿਗੜਨ ਤੋਂ ਰੋਕਦਾ ਹੈ ਅਤੇ ਇਹ ਆਕਸੀਜਨ ਦੀ ਜ਼ਰੂਰਤ ਨੂੰ ਵੀ ਘਟਾ ਦਿੰਦਾ ਹੈ। ਡੰਡੀ ਵਿਟਾਮਿਨ ਡੀ ਸਾਰੇ ਸਰੀਰ ਨੂੰ ਸਾਡੀ ਖੁਰਾਕ 'ਚੋਂ ਕੈਲਸ਼ੀਅਮ ਅਤੇ ਫਾਸਫੇਟ ਜਜ਼ਬ ਕਰਨ ਵਿੱਚ ਵੀ ਮਦਦ ਕਰਦਾ ਹੈ। ਡੰਡੀ ਇਸ ਦੀਆਂ ਗੋਲੀਆਂ ਦਾ ਜ਼ਰੂਰਤ ਤੋਂ ਵੱਧ ਸੇਵਨ ਕਰਨਾ ਸਿਹਤ ਲਈ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ। ਡੰਡੀ ਉਂਝ ਵਿਟਾਮਿਨ ਡੀ ਪ੍ਰਾਪਤ ਕਰਨ ਲਈ ਕੁਦਰਤੀ ਢੰਗ ਗੋਲੀਆਂ ਨਾਲੋਂ ਜ਼ਿਆਦਾ ਫਾਇਦੇਮੰਦ ਹੁੰਦੇ ਹਨ, ਜਿਵੇਂ ਕਿ ਸੂਰਜ ਵਿੱਚ ਲੇਟਣਾ ਜਾਂ ਬੈਠਣਾ ਅਤੇ ਵਿਟਾਮਿਨ ਡੀ ਨਾਲ ਭਰਪੂਰ ਖੁਰਾਕ। ਮਸ਼ਰੂਮ, ਆਂਡੇ ਦੀ ਜ਼ਰਦੀ, ਸੈਲਮਾਨ ਮੱਛੀ, ਕੋਡ ਜਿਗਰ ਦਾ ਤੇਲ ਵਧੀਆ ਵਿਕਲਪ ਸਾਬਤ ਹੋ ਸਕਦੇ ਹਨ। ਡੰਡੀ ਇਸੇ ਤਰ੍ਹਾਂ ਜ਼ਿੰਕ ਵੀ ਅਹਿਮ ਰਸਾਇਣਿਕ ਕਿਰਿਆਵਾਂ ਕਰਨ ਲਈ ਲਗਭਗ 100 ਪਾਚਕਾਂ ਲਈ ਜ਼ਰੂਰੀ ਹੁੰਦਾ ਹੈ। ਡੰਡੀ ਜ਼ਿੰਕ DNA ਦੀ ਸਿਰਜਣਾ, ਸੈੱਲਾਂ ਦੇ ਵਾਧੇ, ਪ੍ਰੋਟੀਨ ਬਣਾਉਣ, ਖਰਾਬ ਹੋਏ ਟਿਸ਼ੂਆਂ ਨੂੰ ਚੰਗਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਡੰਡੀ ਔਰਤਾਂ ਲਈ ਜ਼ਿੰਕ ਦੀ ਰੋਜ਼ਾਨਾ ਜ਼ਰੂਰਤ ਲਗਭਗ 8 ਮਿਲੀਗ੍ਰਾਮ ਅਤੇ ਮਰਦਾਂ ਲਈ 11 ਮਿਲੀਗ੍ਰਾਮ ਹੁੰਦੀ ਹੈ। ਡੰਡੀ ਮਨੁੱਖੀ ਸਰੀਰ ਜ਼ਿੰਕ ਸਟੋਰ ਨਹੀਂ ਕਰਦਾ, ਇਸ ਲਈ ਸਾਡੀ ਖੁਰਾਕ ਵਿੱਚ ਹਰ ਰੋਜ਼ ਲੋੜੀਂਦੀ ਮਾਤਰਾ ਵਿੱਚ ਜ਼ਿੰਕ ਹੋਣਾ ਚਾਹੀਦਾ ਹੈ। ਡੰਡੀ ਦਾਲਾਂ, ਛੋਲੇ, ਮਸਰ ਅਤੇ ਬੀਨਜ਼, ਮੀਟ ਆਦਿ ਵਿੱਚ ਜ਼ਿੰਕ ਦੀ ਮਾਤਰਾ ਕਾਫੀ ਜ਼ਿਆਦਾ ਪਾਈ ਜਾਂਦੀ ਹੈ। ਡੰਡੀ ਵਿਟਾਮਿਨ ਏ ਚੰਗੀ ਨਜ਼ਰ, ਸਿਹਤਮੰਦ ਇਮਿਊਨ ਸਿਸਟਮ ਅਤੇ ਸੈੱਲਾਂ ਦੇ ਵਾਧੇ ਲਈ ਬਹੁਤ ਅਹਿਮ ਹੈ। ਡੰਡੀ ਜਿਹੜੇ ਲੋਕ ਗੈਰ ਸਿਹਤਮੰਦ ਖੁਰਾਕ ਲੈਂਦੇ ਹਨ, ਉਹਨਾਂ ਵਿੱਚ ਪਾਚਨ ਸੰਬੰਧੀ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਹਨ ਅਤੇ ਵਿਟਾਮਿਨ ਏ ਦੀ ਘਾਟ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ। ਡੰਡੀ ਇੱਕ ਤਾਜ਼ਾ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਭੋਜਨ ਵਿੱਚ ਪਾਏ ਜਾਣ ਵਾਲੇ ਬਾਇਓਐਕਟਿਵ ਮਿਸ਼ਰਣ ਇਮਿਊਨ ਸਿਸਟਮ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦੇ ਹਨ ਅਤੇ ਕੋਵਿਡ-19 ਨਾਲ ਮਜ਼ਬੂਤ
ਸੰਬੰਧ ਰੱਖਦੇ ਹਨ। ਡੰਡੀ ਸਾਹ ਦੇ ਰੋਗਾਣੂਆਂ ਵਿਰੁੱਧ ਸਿਹਤਮੰਦ ਇਮਿਊਨਿਟੀ ਲਈ ਇੱਕ ਯੋਗ ਅਤੇ ਸੰਤੁਲਿਤ ਖੁਰਾਕ ਦੀ ਜ਼ਰੂਰਤ ਹੈ। ਡੰਡੀ ਭੋਜਨ ਸਮੱਗਰੀ ਵਿੱਚ ਪਾਇਆ ਜਾਣ ਵਾਲਾ ਐਂਟੀਆਕਸੀਡੈਂਟਸ, ਵਾਇਰਸ ਦੁਆਰਾ ਪ੍ਰੇਰਿਤ ਸਾਈਟੋਟੌਕਸ ਪਰੇਸ਼ਾਨੀ ਨੂੰ ਰੋਕ ਕੇ ਟਿਸ਼ੂਆਂ ਵਿੱਚ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਸਹਾਇਤਾ ਪ੍ਰਦਾਨ ਕਰਦਾ ਹੈ। ਡੰਡੀ ਕੋਈ ਵੀ ਖੋਜ ਵਿਸ਼ੇਸ਼ ਤੌਰ 'ਤੇ ਕੋਵਿਡ-19 ਤੋਂ ਬਚਾਅ ਦਾ ਪੂਰਨ ਤੌਰ 'ਤੇ ਸਮਰਥਨ ਨਹੀਂ ਕਰਦੀ ਹੈ। ਡੰਡੀ ਇਸ ਲਈ ਵਿਟਾਮਿਨ ਏ, ਸੀ, ਡੀ ਅਤੇ ਜ਼ਿੰਕ ਨਾਲ ਭਰਪੂਰ ਕੁਦਰਤੀ ਖੁਰਾਕ, ਤੰਦਰੁਸਤ ਜੀਵਨ ਸ਼ੈਲੀ, ਸਰੀਰਕ ਦੂਰੀ ਆਦਿ ਹੀ ਕੋਵਿਡ-19 ਤੋਂ ਪੀੜਤ ਹੋਣ ਦੇ ਜੋਖਮ ਨੂੰ ਘੱਟ ਕਰਨ ਦਾ ਆਸਾਨ ਤਰੀਕਾ ਹੈ। ਡੰਡੀ ਕਿਸਾਨ ਅਤੇ ਮਜ਼ਦੂਰ ਸਾਡੀ ਭੋਜਨ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ। ਡੰਡੀ ਇਸ ਲਈ ਉਹਨਾਂ ਨੂੰ ਸ਼ੋਸ਼ਣ ਤੋਂ ਬਚਾਉਣ ਦੀ ਲੋੜ ਹੈ। ਰੇਡੀਓ ਬੰਦ ਕਰਦੇ ਹੀ ਮੈਂ ਤੇਜ਼ ਕਦਮੀ ਬਾਹਰ ਗਲੀ ਵਿੱਚ ਆ ਗਿਆ। ਡੰਡੀ ਬਾਹਰ ਝੜੀ ਲੱਗੀ ਹੋਈ ਸੀ। ਡੰਡੀ ਗੁਰਦੁਆਰੇ ਦੀ ਪਿਲਕਣ ਹੇਠ ਮੇਰੇ 2-3 ਸਾਥੀ ਮੈਨੂੰ ਪਹਿਲਾਂ ਹੀ ਉਡੀਕ ਰਹੇ ਸਨ। ਡੰਡੀ ਮੈਂ ਉਹਨਾਂ ਦੇ ਨਾਲ ਆਉਣ ਦਾ ਇਸ਼ਾਰਾ ਕਰਦਿਆਂ ਛੇਤੀ ਨਾਲ ਅਗਲੀ ਗਲੀ ਦਾ ਮੋੜ ਮੁੜ ਗਿਆ। ਡੰਡੀ ਬਾਰਾ ਦਲਬਾਰਾ ਸਿੰਘ ਇਸੇ ਗਲੀ ਵਿੱਚ ਰਹਿੰਦਾ ਸੀ। ਡੰਡੀ ਦਰਵਾਜ਼ਾ ਖੁੱਲ੍ਹਾ ਸੀ। ਡੰਡੀ ਮੈਂ ਵਿਹੜੇ ਵਿੱਚ ਵੜਦਿਆਂ ਹੀ ਆਵਾਜ਼ ਮਾਰੀ, ਬਾਰੇ ਬਾਹਰ ਆ, ਕੰਮ ਬਣ ਗਿਆ। ਡੰਡੀ ਉਹੀ ਹੋਇਆ ਜੋ ਆਪਾਂ ਚਾਹੁੰਦੇ ਸਾਂ। ਡੰਡੀ ਅਰਜਨਟੀਨਾ ਨੇ ਆਸਟ੍ਰੇਲੀਆ ਨੂੰ ਰਾਤ 2-0 ਨਾਲ ਝੰਬ ਦਿੱਤਾ। ਡੰਡੀ ਹੁਣ ਆਊਗਾ ਸਵਾਦ। ਡੰਡੀ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਮੁੜ ਹੋਵੇਗੀ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੱਕਰ। ਡੰਡੀ ਹੁਣ ਨਹੀਂ ਜਾਣ ਦਿੰਦੇ ਸੁੱਕਾ ਕੰਗਾਰੂਆਂ ਨੂੰ। ਡੰਡੀ ਬਾਰੇ ਨੇ ਭਾਵੇਂ ਅੰਦਰੋਂ ਹੀ ਸਾਰੀ ਗੱਲ ਸੁਣ ਲਈ ਸੀ ਤਾਂ ਵੀ ਉਸਨੇ ਬਾਹਰ ਆ ਕੇ ਪੁੱਛਿਆ, ਪੱਕੀ ਗੱਲ ਆ? ਡੰਡੀ ਸ਼ਾਇਦ ਉਸਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ, ਪਰ ਭਾਣਾ ਤਾਂ ਵਰਤ ਚੁੱਕਾ ਸੀ। ਹਾਂ ਪੱਕੀ ਖਬਰ ਆ, ਇੱਟ ਵਰਗੀ। ਮੈਂ 6 ਵਾਲੀਆਂ ਖਬਰਾਂ ਸੁਣ ਕੇ ਆਇਆ ਯਾਰ। ਡੰਡੀ ਭਰਾ ਹੁਣ ਉਸਨੂੰ ਯਕੀਨ ਹੋ ਗਿਆ ਸੀ। ਡੰਡੀ ਉਸਨੇ ਵਿਹੜੇ ਵਿੱਚ ਖੜ੍ਹਾ ਸਾਈਕਲ ਚੁੱਕਿਆ ਅਤੇ ਸੁੱਖ ਲਾਉਣ ਲਈ ਕਤਲਗੜ੍ਹ ਸਾਹਿਬ ਗੁਰਦੁਆਰੇ ਵੱਲ ਛੂਟ ਵੱਟ ਦਿੱਤੀ। ਡੰਡੀ ਸੰਨ 1976 ਦੀਆਂ ਓਲੰਪਿਕ ਖੇਡਾਂ ਮੌਂਟਰੀਅਲ ਵਿੱਚ ਕਰਵਾਈਆਂ ਗਈਆਂ ਸਨ। ਡੰਡੀ 1 ਸਾਲ ਪਹਿਲਾਂ ਮਲੇਸ਼ੀਆ ਤੀਜਾ ਹਾਕੀ ਵਿਸ਼ਵ ਕੱਪ ਜਿੱਤਣ ਕਾਰਨ ਭਾਰਤ ਦੇ ਹੌਸਲੇ ਬੁਲੰਦ ਸਨ। ਡੰਡੀ ਵੈਸੇ ਵੀ ਬਹੁਤ ਹੀ ਵਧੀਆ, ਤਾਕਤਵਰ ਅਤੇ ਸੰਤੁਲਿਤ ਟੀਮ ਭੇਜੀ ਗਈ ਸੀ ਭਾਰਤ ਵੱਲੋਂ ਓਲੰਪਿਕ ਵਿੱਚ ਸ਼ਿਰਕਤ ਕਰਨ ਲਈ। ਡੰਡੀ ਸ਼ਾਇਦ ਹੁਣ ਤੱਕ ਦੀ ਸਭ ਤੋਂ ਤਕੜੀ ਟੀਮ। ਡੰਡੀ ਸਾਡੇ ਨੇੜਲੇ ਸ਼ਹਿਰ ਦੇ ਮਸ਼ਹੂਰ ਹਾਕੀ ਕਲੱਬ ਦੇ ਸੱਦੇ 'ਤੇ ਦੇਸ਼ ਦੀਆਂ ਹਾਕੀ ਟੀਮਾਂ ਸਾਡੇ ਸ਼ਹਿਰ ਅਭਿਆਸ ਮੈਚ ਖੇਡਣ ਆਮੂਨਮ ਆਉਂਦੀਆਂ ਰਹਿੰਦੀਆਂ ਸਨ। ਡੰਡੀ ਇਸ ਕਰਕੇ ਸਾਨੂੰ ਹਾਕੀ ਟੀਮ ਨਾਲ ਵਿਸ਼ੇਸ਼ ਲਗਾਅ ਹੋਣਾ ਸੁਭਾਵਿਕ ਸੀ। ਡੰਡੀ ਉਹ ਅਜਿਹਾ ਦੌਰ ਸੀ ਜਦ ਪੰਜਾਬ ਵਿੱਚ ਹਾਕੀ ਸਿਖਰਾਂ 'ਤੇ ਸੀ। ਡੰਡੀ ਅਨੇਕਾਂ ਹਾਕੀ ਟੂਰਨਾਮੈਂਟ ਖੇਡੇ ਜਾਂਦੇ ਸਨ। ਡੰਡੀ ਚੋਟੀ ਦੇ ਖਿਡਾਰੀਆਂ ਨਾਲ ਪੰਜਾਬ ਉਦੋਂ ਮਾਲੋ ਮਾਲ ਹੁੰਦਾ ਸੀ। ਡੰਡੀ ਭਰਾ ਪੰਜਾਬ ਪੁਲਿਸ ਦੀ ਟੀਮ ਦਾ ਪੂਰੇ ਦੇਸ਼ ਵਿੱਚ ਦਬਦਬਾ ਸੀ। ਡੰਡੀ ਉਦੋਂ ਨੈਸ਼ਨਲ ਹਾਕੀ ਟੂਰਨਾਮੈਂਟ ਭਾਵ
ਰਗਾ ਸਵਾਮੀ ਕੱਪ ਵੀ ਕਿਸੇ ਕਮਾਂਤਰੀ ਟੂਰਨਾਮੈਂਟ ਤੋਂ ਘੱਟ ਅਹਿਮੀਅਤ ਨਹੀਂ ਰੱਖਦਾ ਹੁੰਦਾ। ਡੰਡੀ ਪੰਜਾਬ ਰੋਡਵੇਜ਼ ਸੈਨਾ ਅਤੇ ਇੰਡੀਅਨ ਏਅਰਲਾਈਨਜ਼ ਆਦਿ ਵਿਚਾਲੇ ਸਖਤ ਮੁਕਾਬਲਾ ਹੋਇਆ ਕਰਦੇ ਸਨ। ਡੰਡੀ ਗੱਲ ਕਿ ਹਾਕੀ ਦੀ ਝੰਡੀ ਹੁੰਦੀ ਸੀ ਡੰਡੀ। ਬੇਸ਼ੱਕ ਅੱਜ ਕ੍ਰਿਕਟ ਦੀ ਖੇਡ ਵਿੱਚ ਝੰਡੀ ਹੈ, ਪਰ ਉਦੋਂ ਅਜੀਤਪਾਲ, ਸੁਰਜੀਤ ਗੋਵਿੰਦਾ ਅਤੇ ਅਸ਼ੋਕ ਕੁਮਾਰ ਆਦਿ ਦੀ ਟੌਰ ਹੋਇਆ ਕਰਦੀ ਸੀ ਡੰਡੀ। ਚੰਗੀ ਗੱਲ ਇਹ ਕਿ ਟੋਕੀਓ ਓਲੰਪਿਕ ਖੇਡ ਰਾਹੀਂ ਹਾਕੀ ਟੀਮ ਪੁਰਾਣੇ ਸੁਨਹਿਰੀ ਦਿਨ ਪਰਤਾਉਣ ਲਈ ਪੂਰੀ ਵਾਹ ਲਾ ਰਹੀ ਹੈ। ਡੰਡੀ ਮਟੀਰੀਅਲ ਖੇਡਾਂ ਵਿੱਚ ਭਾਰਤ ਪੱਖੋਂ ਵੱਡੀ ਤਬਦੀਲੀ ਆਈ ਸੀ। ਡੰਡੀ ਹਾਕੀ ਦੇ ਮੁਕਾਬਲੇ ਪਹਿਲੀ ਵਾਰ ਮਸਨੂਈ ਨਕਲੀ ਘਾਹ ਦੇ ਮੈਦਾਨ 'ਤੇ ਖੇਡੇ ਗਏ ਸਨ। ਡੰਡੀ ਉਦੋਂ ਦੇਸ਼ ਵਿੱਚ ਨਕਲੀ ਘਾਹ ਦਾ ਇੱਕ ਵੀ ਮੈਦਾਨ ਨਹੀਂ ਸੀ। ਡੰਡੀ ਸ਼ਾਇਦ ਇਸੇ ਕਰਕੇ ਭਾਰਤੀ ਟੀਮ ਨੂੰ ਯੂਰਪ ਰਾਹੀਂ ਕੈਨੇਡਾ ਭੇਜਿਆ ਗਿਆ ਸੀ, ਤਾਂ ਕਿ ਖਿਡਾਰੀ ਮਸਨੂਈ ਘਾਹ ਦੇ ਮੈਦਾਨ ਦੀ ਘੱਟੋ ਘੱਟ ਝਲਕ ਤਾਂ ਲੈ ਸਕਣ। ਪਰ ਇਹ ਦੌਰਾ ਟੀਮ ਲਈ ਘਾਤਕ ਸਾਬਤ ਹੋਇਆ। ਡੰਡੀ ਬਿਹਤਰੀਨ ਹਮਲਾਵਰ ਖਿਡਾਰੀ BP ਗੋਵਿੰਦਾ ਜ਼ਖਮੀ ਹੋ ਗਿਆ ਅਤੇ ਟੀਮ ਦਾ ਸੰਤੁਲਨ ਗੜਬੜਾ ਗਿਆ। ਡੰਡੀ ਅਗਲਾ ਮੈਚ ਹਾਲੈਂਡ ਨਾਲ ਹੋਇਆ ਅਤੇ ਭਾਰਤ ਦੀ ਡੱਚ ਪਲੇਅਰ ਪੌਲ ਲਿਟਜ਼ਨ ਜਾਂ ਲਿਜ਼ਨ ਅੱਗੇ 1 ਨਾ ਚੱਲੀ। ਡੰਡੀ ਸਾਡੀ ਟੀਮ ਇਹ ਮੈਚ 3-1 ਨਾਲ ਹਾਰ ਗਈ। ਡੰਡੀ ਟੂਰਨਾਮੈਂਟ ਦਾ ਤੀਜਾ ਮੈਚ ਆਸਟ੍ਰੇਲੀਆ ਨਾਲ ਹੋਇਆ। ਡੰਡੀ ਰਿਕ ਚਾਰਲਸਵਰਥ ਵਰਗੇ ਖਿਡਾਰੀਆਂ ਨਾਲ ਜੜੀ ਕੰਗਾਰੂਆਂ ਦੀ ਟੀਮ ਨੇ ਪੂਰੇ ਮੈਚ ਵਿੱਚ ਸਾਡੇ ਪਲੇਅਰਾਂ ਦੇ ਪੈਰ ਹੀ ਨਾ ਲੱਗਣ ਦਿੱਤੇ। ਡੰਡੀ ਭਾਰਤ 6-1 ਦੇ ਵੱਡੇ ਫਰਕ ਨਾਲ ਹਾਰ ਗਿਆ। ਡੰਡੀ ਸੁਰਜੀਤ ਸਿੰਘ ਹੀ ਇੱਕ ਗੋਲ ਲਾਉਣ ਵਿੱਚ ਸਫਲ ਹੋਇਆ ਸੀ। ਡੰਡੀ ਕੌਮਾਂਤਰੀ ਹਾਕੀ ਵਿੱਚ ਭਾਰਤ ਦੀ ਉਦੋਂ ਤੱਕ ਦੀ ਇਹ ਸਭ ਤੋਂ ਵੱਡੀ ਹਾਰ ਸੀ। ਡੰਡੀ ਤਾਂ ਵੀ ਭਾਰਤ ਨੇ ਕੈਨੇਡਾ ਅਤੇ ਮਲੇਸ਼ੀਆ ਨਾਲ ਖੇਡੇ ਗਏ ਆਪਣੇ ਅਗਲੇ ਦੋਵੇਂ ਮੈਚ ਆਸਾਨੀ ਨਾਲ ਜਿੱਤ ਲਏ। ਡੰਡੀ ਅਸੀਂ ਕਾਲਜ ਦੇ ਸਾਥੀ ਇੱਕ ਥਾਂ ਇਕੱਠੇ ਹੋ ਕੇ ਮੈਚ ਸੁਣਿਆ ਕਰਦੇ ਸਾਂ। ਡੰਡੀ ਇਕੱਠੇ ਬੈਠ ਕੇ ਮੈਚ ਸੁਣਨ ਦਾ ਆਪਣਾ ਹੀ ਲੁਤਫ ਹੁੰਦਾ ਹੈ। ਡੰਡੀ ਜੇ ਅੰਗਰੇਜ਼ੀ ਦੀ ਕਮੈਂਟਰੀ ਕਿਸੇ ਨੂੰ ਨਾ ਸਮਝ ਲੱਗੀ ਹੋਵੇ ਤਾਂ ਦੂਜਾ ਸਾਥੀ ਉਸ ਨੂੰ ਸਮਝਾ ਸਕਦਾ ਹੈ, ਪਰ ਮੌਜੂਦਾ ਹਾਲਾਤ ਕਾਰਨ ਸਾਡੀ ਟੋਲੀ ਮਾਯੂਸ ਹੋ ਚੁੱਕੀ ਸੀ। ਡੰਡੀ ਮੈਂ ਸਾਰੀਆਂ ਟੀਮਾਂ ਦੇ ਜਿੱਤ ਹਾਰ ਦਾ ਵੇਰਵਾ ਇੱਕ ਕਾਪੀ ਵਿੱਚ ਲਿਖਦਾ ਆ ਰਿਹਾ ਸਾਂ। ਡੰਡੀ ਹੁਣ ਤਾਂ ਆਪਾਂ ਝਟਪਟ ਬਟਨ ਦਬਾ ਕੇ ਇੰਟਰਨੈੱਟ ਰਾਹੀਂ ਕਿਸੇ ਵੀ ਟੀਮ ਦੀ ਮੌਜੂਦਾ ਸਥਿਤੀ ਦਾ ਪਤਾ ਲਗਾ ਸਕਦੇ ਹਾਂ, ਪਰ ਉਦੋਂ ਇਹ ਸਾਰਾ ਰਿਕਾਰਡ ਖੁਦ ਰੱਖਣਾ ਹੁੰਦਾ ਸੀ। ਡੰਡੀ ਟੀਮ ਦੀ ਮੌਜੂਦਾ ਸਥਿਤੀ ਬਾਰੇ ਟੀਕਾ ਟਿੱਪਣੀ ਚੱਲ ਰਹੀ ਸੀ ਕਿ 12 ਮੈਨੂੰ ਕਹਿਣ ਲੱਗਿਆ ਕਿ ਇੱਕ ਵਾਰ ਆਪਣੀ ਕਾਪੀ ਟਟੋਲ ਕੇ ਦੇਖ ਤਾਂ ਕਿ ਕਿਧਰੇ ਕੋਈ ਸੰਭਾਵਨਾ ਬਣਦੀ ਹੋਵੇ। ਡੰਡੀ ਹੁਣ ਨਹੀਂ ਪੈਣਾ ਹੱਥ ਪੱਲੇ ਕੁਝ ਆਖ ਕੇ ਮੈਂ ਕਾਪੀ ਖੋਲ੍ਹ ਕੇ ਹਿਸਾਬ ਕਿਤਾਬ ਲਾਉਣ ਲੱਗਾ। ਡੰਡੀ ਸਾਰੇ ਮੇਰੇ ਵੱਲ ਆਸ ਭਰੀਆਂ ਨਜ਼ਰਾਂ ਨਾਲ ਦੇਖਣ ਲੱਗ ਪਏ, ਜਿਵੇਂ ਮੈਂ ਕੋਈ ਕ੍ਰਿਸ਼ਮਾ ਕਰ ਸਕਦਾ ਹੋਵਾਂ। ਡੰਡੀ ਇੱਕ ਥਾਂ ਆ ਕੇ ਮੇਰੀਆਂ ਅੱਖਾਂ ਰੁਸ਼ਨਾ ਗਈਆਂ। ਡੰਡੀ ਮੈਨੂੰ ਆਸ ਦੀ ਕਿਰਨ ਦਿਖਾਈ ਦਿੱਤੀ। ਡੰਡੀ ਕਾਪੀ ਤੋਂ ਸਿਰ ਚੁੱਕਦਿਆਂ ਮੈਂ ਕਿਹਾ, ਬਾਰੇ ਇੱਕ
ਗੋਲ ਹੋ ਸਕਦੀ ਹੈ। ਡੰਡੀ ਆਸਟ੍ਰੇਲੀਆ ਭਲਕੇ ਆਪਣਾ ਆਖਰੀ ਲੀਗ ਮੈਚ ਅਰਜਨਟਾਈਨਾ ਨਾਲ ਖੇਡੇਗਾ। ਡੰਡੀ ਹੈ ਤਾਂ ਅਣਹੋਣੀ ਗੱਲ, ਪਰ ਜੇ ਅਰਜਨਟਾਈਨਾ ਇਸ ਮੈਚ ਵਿੱਚ ਕੰਗਾਰੀਆਂ ਨੂੰ ਹਰਾ ਦੇਵੇ ਤਾਂ ਸਾਡੇ ਅਤੇ ਆਸਟ੍ਰੇਲੀਆ ਦੇ ਅੰਕ ਬਰਾਬਰ ਹੋ ਜਾਣਗੇ ਅਤੇ ਸੈਮੀਫਾਈਨਲ ਵਿੱਚ ਜਾਣ ਦੇ ਨਵੇਂ ਨਿਯਮਾਂ ਅਨੁਸਾਰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੁੜ ਮੈਚ ਖੇਡਿਆ ਜਾਵੇਗਾ। ਡੰਡੀ ਇੱਕ ਗੱਲ ਸਾਫ਼ ਕਰਦਿਆਂ ਕਿ ਇਹ ਦਿਨ ਪੁੱਠੇ ਪਾਸਿਓਂ ਚੜ੍ਹਨ ਵਰਗੀ ਗੱਲ। ਡੰਡੀ ਅਰਜਨਟਾਈਨਾ ਆਪਣੇ ਸਾਰੇ ਮੈਚ ਹਾਰ ਚੁੱਕਾ ਹੈ ਅਤੇ ਆਸਟ੍ਰੇਲੀਆ ਨੂੰ ਹਰਾਉਣ ਦੀ ਆਸ ਰੱਖਣਾ ਦੂਜੇ ਪਾਸੇ 12 ਇਸ ਸਾਰੀ ਚਰਚਾ ਤੋਂ ਅਣਭਿੱਜ ਕੁਝ ਹੋਰ ਹੀ ਸੋਚ ਰਿਹਾ ਸੀ। ਡੰਡੀ ਮੇਰੇ ਹੱਥ 'ਤੇ ਹੱਥ ਮਾਰ ਕੇ ਬੋਲਿਆ, ਲੈ ਫਿਰ ਸੁਖਣਾ ਸੁੱਖ ਲਈ। ਜੇ ਆਸਟ੍ਰੇਲੀਆ ਹਾਰ ਗਿਆ ਤਾਂ ਮੈਂ ਸਵੇਰੇ ਕਤਲਗੜ੍ਹ ਸਾਹਿਬ ਸੁਖਣਾ ਲਾਉਣ ਜਾਊਂਗਾ, ਭਾਵੇਂ ਮੀਂਹ ਹੀ ਕਿਉਂ ਨਾ ਪੈਂਦਾ ਹੋਵੇ। ਡੰਡੀ ਬਸ ਰਾਤ ਨੂੰ ਭਾਣਾ ਵਰਤ ਗਿਆ। ਡੰਡੀ ਅਰਜਨਟਾਈਨਾ ਨੇ ਕੰਗਾਰੂਆਂ ਨੂੰ ਰਗੜ ਸ਼ਾਇਦ 3-2 ਗੋਲਾਂ ਨਾਲ ਦਿੱਤਾ ਸੀ ਅਤੇ ਇਹੀ ਗੱਲ ਉਸ ਦਿਨ ਸਵੇਰੇ ਸਵੇਰੇ ਮੈਂ ਉਸ ਨੂੰ ਦੱਸਣ ਜਾ ਰਿਹਾ ਸਾਂ। ਡੰਡੀ